पंजाब अपडेट देखने वाले सारे दर्शकों का स्वागत। मैं राजदीप सुहान ते खबरां वल वतन तो पहला एक नज़र मुख्य सुर्खियां ते। पंजाब सरकार ने उद्योगों तो पावर पाबंदियां हटाउण दे दित्ते आदेश। पूरी समर्था नाल इंडस्ट्री चलाउण नूं मिली इजाजत। मॉनसून विच देरी होण दे कारण होया सी बिजली संकट। तलवंडी साबो थर्मल प्लांट भी होया शुरू। पंजाब के सरकारी दफ्तरां दा फिर बदलिया समा। 14 जुलाई तो सवेरे 8 बजे तो दोपहर 2 बजे तक खुलणगे सरकारी दफ्तर। इस टाइमिंग दौरान नहीं होगी एसी की वरतों। पंजाब सरकार ने जारी किए हुक्म। ਮੰਗਾਂ ਨੂੰ ਲੈ ਕੇ ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਖੋਲਿਆ ਮੋਰਚਾ। ਪਿੰਡ ਬਾਦਲ 'ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ਅੱਗੇ ਸ਼ੁਰੂ ਕੀਤੀ ਭੁੱਖ ਹੜਤਾਲ। ਖੂਨ ਦੇ ਨਾਲ ਲਿਖੇ ਮੰਗ ਪੱਤਰ। लवप्रीत सिंह खुदकुशी मामले ने फड़ी तूल। पत्नी बेअंत कौर दी वीडियो वायरल होने तो बाद महिला आयोग ने भी लिया नोटिस। चेयरपर्सन मनीषा गुलाटी पिंड धनौला दे विच अज करनगे परिवार दे नाल मुलाकात। बारह सितंबर ਨੂੰ ਹੋਵੇਗੀ नीट यूजी 2021 ਦੀ ਪ੍ਰੀਖਿਆ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ। ਅੱਜ ਸ਼ਾਮ 5 ਵਜੇ ਤੋਂ NTA ਦੀ ਵੈਬਸਾਈਟ ਤੋਂ ਭਰੇ ਜਾ ਸਕਣਗੇ ਫਾਰਮ। ਅਤੇ ਧਰਮਸ਼ਾਲਾ ਦੇ ਵਿੱਚ ਬੱਦਲ ਫਟਣ ਦੇ ਨਾਲ ਮੱਚੀ ਭਾਰੀ ਤਬਾਹੀ। ਪੂਰੇ ਹਿਮਾਚਲ ਵਿੱਚ ਬਣੇ ਹੜ੍ਹ ਵਰਗੇ ਹਾਲਾਤ। ਕਈ ਲੋਕ ਅਜੇ ਵੀ ਲਾਪਤਾ। ਰਾਹਤ ਅਤੇ ਬਚਾਅ ਟੀਮਾਂ ਕੀਤੀਆਂ ਗਈਆਂ ਨੇ ਤੈਨਾਤ। ਸੈਲਾਨੀਆਂ ਨੂੰ ਧਰਮਸ਼ਾਲਾ ਨਾ ਜਾਣ ਦੀ ਦਿੱਤੀ ਹਿਦਾਇਤ। ਹੁਣ ਕਰਦੇ ਹਾਂ ਖਬਰਾਂ ਦੀ ਸ਼ੁਰੂਆਤ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੂਬੇ ਦੇ ਵਿੱਚ ਛਾਏ ਬਿਜਲੀ ਸੰਕਟ ਨੂੰ ਲੈ ਕੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸੂਬੇ ਭਰ ਦੇ ਵਿੱਚ ਉਦਯੋਗਾਂ ਤੋਂ ਪਾਵਰ ਪਾਬੰਦੀਆਂ ਹਟਾਉਣ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਇਸ ਤੋਂ ਬਾਅਦ PSPCL ਦੇ ਵੱਲੋਂ ਵੀ ਇਹ ਦਾਅਵਾ ਕੀਤਾ ਗਿਆ ਹੈ ਕਿ ਸੂਬੇ ਦੇ ਵਿੱਚ ਜੋ ਬਿਜਲੀ ਸੰਕਟ ਛਾਇਆ ਹੋਇਆ ਸੀ, ਜਿਸ ਦੇ ਕਾਰਨ ਕਾਫੀ ਪਾਬੰਦੀਆਂ ਲੱਗੀਆਂ ਹੋਈਆਂ ਸਨ, ਬਿਜਲੀ ਦੇ ਕੱਟ ਲਗਾਏ ਜਾ ਰਹੇ ਸਨ, ਹੁਣ ਇਸ ਦੇ ਨੂੰ ਲੈ ਕੇ ਰਾਹਤ ਦਿੱਤੀ ਜਾ ਸਕਦੀ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਬਿਜਲੀ ਸੰਕਟ ਜਿਹੜਾ ਹੈ ਉਹ ਸੂਬੇ ਦੇ ਵਿੱਚ ਖਤਮ ਹੋ ਗਿਆ। ਉੱਥੇ ਹੀ ਦੂਜੇ ਪਾਸੇ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਸਾਰੀਆਂ ਸਥਿਤੀਆਂ ਨੂੰ ਦੇਖਦੇ ਹੋਏ ਇਹ ਦੇਖਿਆ ਜਾ ਸਕਦਾ ਹੈ ਕਿ ਬਿਜਲੀ ਦੀ ਜੋ ਸਥਿਤੀ ਹੈ ਸੂਬੇ ਵਿੱਚ ਉਸ ਵਿੱਚ ਕੁਝ ਸੁਧਾਰ ਹੋਇਆ ਹੈ ਅਤੇ ਹੁਣ ਉਦਯੋਗਾਂ ਨੂੰ ਪੂਰੀ ਸਮਰੱਥਾ ਦੇ ਨਾਲ ਚਲਾਉਣ ਦੀ ਇਜਾਜ਼ਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਦੇ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਉਹਨਾਂ ਦਾ ਕਹਿਣਾ ਹੈ ਕਿ ਮੌਨਸੂਨ ਦੇ ਵਿੱਚ ਦੇਰੀ ਹੋਣ ਦੇ ਕਾਰਨ ਸੂਬੇ ਭਰ ਦੇ ਵਿੱਚ ਬਿਜਲੀ ਸੰਕਟ ਛਾਇਆ ਹੋਇਆ ਸੀ, ਪਰ ਹੁਣ ਬਿਜਲੀ ਸੰਕਟ ਹੈ ਉਹ ਖਤਮ ਹੁੰਦਾ ਇੱਥੇ ਨਜ਼ਰ ਆ ਰਿਹਾ ਹੈ ਕਿਉਂਕਿ PSPCL ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਹੁਣ ਜੋ ਬਿਜਲੀ ਕਟੌਤੀ ਕੀਤੀ ਜਾ ਰਹੀ ਸੀ ਉਸ ਦੇ ਵਿੱਚ ਹੁਣ ਕਮੀ ਲਿਆਂਦੀ ਜਾਵੇਗੀ। ਇਸੇ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਇਹ ਹਦਾਇਤਾਂ ਜਿਹੜੀਆਂ ਨੇ ਜਾਰੀ ਕੀਤੀਆਂ ਗਈਆਂ ਨੇ ਕਿ ਜੋ ਉਦਯੋਗਾਂ ਤੋਂ ਪਾਵਰ ਪਾਬੰਦੀਆਂ ਲਗਾਈਆਂ ਹੋਈਆਂ ਸਨ ਉਹ ਹਟਾ ਲਈਆਂ ਗਈਆਂ ਨੇ। ਉਹਨੇ PSPCL ਨੇ ਇੱਕ ਜਿਹੜਾ ਸਰਕੂਲਰ ਇਸ਼ੂ ਕੀਤਾ ਹੈ, ਬੜੀ ਹੈਰਾਨੀ ਆਉਂਦੀ ਹੈ ਕਿ ਜਿਸ ਤਰ੍ਹਾਂ ਦੇ ਸਰਕੂਲਰ ਇਹ ਇਸ਼ੂ ਕਰਦੇ ਨੇ ਕਿ ਫਰੋਮ ਇਮੀਡੀਏਟ ਇਫੈਕਟ ਜਿਹੜਾ ਕੱਲ੍ਹ ਸਵੇਰੇ 8 ਵਜੇ ਤੱਕ ਤੁਸੀਂ ਆਪਣੀਆਂ ਫੈਕਟਰੀਆਂ ਚਲਾ ਸਕਦੇ ਹੋ। ਸ਼ਾਇਦ ਇਹਨਾਂ ਦੇ ਅਫਸਰਾਂ ਨੂੰ ਇਹ ਨਹੀਂ ਪਤਾ ਕਿ ਇੰਡਸਟਰੀ ਚਲਾਉਣ ਵਾਸਤੇ ਇੱਕ ਪ੍ਰੋਪਰ ਇਨਫਰਾਸਟ੍ਰਕਚਰ ਦੀ ਜ਼ਰੂਰਤ ਹੁੰਦੀ ਹੈ, ਪ੍ਰੋਪਰ ਵਰਕਰਸ ਨੂੰ ਇਨਫੋਰਮੇਸ਼ਨ ਦੀ ਜ਼ਰੂਰਤ ਹੁੰਦੀ ਹੈ। ਅੱਜ 2 ਵਜੇ ਜੇ ਅਸੀਂ ਕਹਿ ਦਈਏ ਕਿ ਰਾਤ ਨੂੰ ਵਰਕਰ ਤੁਸੀਂ ਲਿਆ ਕੇ ਆਪਣੀਆਂ ਫੈਕਟਰੀਆਂ ਚਲਾ ਲਓ ਅਤੇ ਇਹਨਾਂ ਨੂੰ ਇਹ ਪੁੱਛਿਆ ਜਾਵੇ ਕਿ ਕਿਸ ਤਰ੍ਹਾਂ ਅਸੀਂ ਕਮਿਊਨੀਕੇਟ ਕਰੀਏ ਆਪਣੇ ਵਰਕਰਸ ਨੂੰ ਕਿ ਰਾਤ ਵਾਸਤੇ ਆ ਜਾਣ। ਦੂਜੀ ਗੱਲ ਹੈ ਕਿ ਮੈਕਸੀਮਮ ਇੰਡਸਟਰੀਆਂ ਜਿਹੜੀਆਂ ਨੇ ਉਹ ਕੰਟੀਨਿਊਸ ਪ੍ਰੋਸੈਸ ਹੈ, ਜਿੱਦਾਂ ਸਟੀਲ ਇੰਡਸਟਰੀ ਹੈ ਜਾਂ ਬਾਕੀ ਦੀਆਂ ਇੰਡਸਟਰੀ ਨੇ ਜਿੱਥੇ 8-8 10-10 ਘੰਟੇ ਪਹਿਲਾਂ ਭੱਠੀਆਂ ਗਰਮ ਹੁੰਦੀਆਂ, ਫਿਰ ਉਸ ਤੋਂ ਬਾਅਦ 'ਚੋਂ ਮਾਲ ਬਣਨਾ ਸ਼ੁਰੂ ਹੁੰਦਾ
ਤੇ ਇਹਨਾਂ ਦੀ 12 ਜਾਂ 14 ਘੰਟੇ ਦੀ ਜਿਹੜੀ ਰਿਲੈਕਸੇਸ਼ਨ ਇਹਨਾਂ ਨੇ ਦਿੱਤੀ ਹੈ, ਇਹ ਬੇਮਾਨੀ ਜੀ ਇੱਕ ਰਿਲੈਕਸੇਸ਼ਨ ਹੈ ਜਿਹਦਾ ਕੋਈ ਇੰਡਸਟਰੀ ਨੂੰ ਕੋਈ ਫਾਇਦਾ ਨਹੀਂ ਹੈ। ਸੂਬੇ ਵਿੱਚ ਆਂਗਨਵਾੜੀ ਵਰਕਰ ਪਿਛਲੇ ਲੰਮੇ ਸਮੇਂ ਤੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰੇ ਹੋਏ ਨੇ ਤੇ ਹੁਣ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਵੱਲੋਂ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਹੈ ਤੇ ਮੰਗਾਂ ਨੂੰ ਲੈ ਕੇ ਹੁਣ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਅੱਗੇ ਧਰਨਾ ਲਗਾਇਆ ਗਿਆ ਹੈ। ਪਿੰਡ ਬਾਦਲ ਦੇ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ਹੈ ਜਿੱਥੇ ਕਿ ਜਿਸ ਦੇ ਸਾਹਮਣੇ ਇਹਨਾਂ ਆਂਗਨਵਾੜੀ ਵਰਕਰਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਤੇ ਭੁੱਖ ਹੜਤਾਲ ਕੀਤੀ ਗਈ ਹੈ। ਇਸ ਦੇ ਨਾਲ ਹੀ ਇਹਨਾਂ ਵਰਕਰਾਂ ਦੇ ਵੱਲੋਂ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਖੂਨ ਦੇ ਨਾਲ ਮੰਗ ਪੱਤਰ ਲਿਖੇ ਗਏ ਨੇ। ਕਾਂਗਰਸੀ ਵਿਧਾਇਕ ਹਲਕਿਆਂ ਦੇ ਵਿੱਚ ਧਰਨਾ ਉਹਨਾਂ ਨੇ ਦੇਣ ਦਾ ਐਲਾਨ ਕੀਤਾ ਹੈ ਕਿ ਰੋਜ਼ਾਨਾ ਉਹਨਾਂ ਹਲਕਿਆਂ ਦੇ ਵਿੱਚ ਜਾ ਕੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਜੋ ਕਿ ਕਾਂਗਰਸੀ ਵਿਧਾਇਕਾਂ ਦੇ ਹੋਣਗੇ। ਸੋ ਆਂਗਨਵਾੜੀ ਵਰਕਰਾਂ ਦੇ ਵੱਲੋਂ ਮਹਿਲਾਵਾਂ ਦੇ ਵੱਲੋਂ ਇਹ ਧਰਨੇ ਜਿਹੜੇ ਲਗਾਏ ਜਾ ਰਹੇ ਨੇ ਤੇ ਇਸ ਸਮੇਂ ਉਹਨਾਂ ਦਾ ਧਰਨਾ ਲਗਾਇਆ ਗਿਆ ਹੈ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦੇ ਅੱਗੇ ਪਿੰਡ ਬਾਦਲ ਦੇ ਵਿੱਚ, ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਮਹਿਲਾਵਾਂ ਨੇ ਆਪਣਾ ਧਰਨਾ ਜਿਹੜਾ ਇੱਥੇ ਲਗਾ ਦਿੱਤਾ ਹੈ ਤੇ ਭੁੱਖ ਹੜਤਾਲ ਤੇ ਮਹਿਲਾਵਾਂ ਬੈਠ ਗਈਆਂ ਨੇ। ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ, ਤਨਖਾਹ ਵਧਾਉਣ ਨੂੰ ਲੈ ਕੇ ਅਤੇ ਹੋਰ ਕਈ ਤਰ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਆਂਗਨਵਾੜੀ ਵਰਕਰ ਜਿਹੜੇ ਨੇ ਉਹ ਸੰਘਰਸ਼ ਦੀ ਰਾਹ ਤੇ ਨੇ। ਸਰਕਾਰ ਤੋਂ ਲਗਾਤਾਰ ਮੰਗ ਕਰ ਰਹੇ ਨੇ ਕਿ ਉਹਨਾਂ ਦੀ ਜੋ ਮੁਸ਼ਕਿਲਾਂ ਨੇ, ਉਹਨਾਂ ਦੀਆਂ ਜੋ ਮੰਗਾਂ ਨੇ ਉਸ ਦੇ ਵੱਲ ਧਿਆਨ ਦਿੱਤਾ ਜਾਵੇ। ਮੈਂ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੀ ਹਾਂ ਕਿ 2017 ਤੋਂ ਜਿਸ ਦਿਨ ਤੋਂ ਇਹ ਸਰਕਾਰ ਬਣੀ ਹੈ ਕੈਪਟਨ ਦੀ ਸਰਕਾਰ, ਉਸ ਦਿਨ ਤੋਂ ਆਂਗਨਵਾੜੀ ਵਰਕਰ ਭੈਣਾਂ ਸੜਕਾਂ ਤੇ ਰੋਲ ਰਹੀਆਂ ਨੇ। ਬਹੁਤ ਚਿਰ ਹੋ ਗਿਆ ਸਾਨੂੰ ਇਹਨਾਂ ਦੇ ਮੂੰਹ ਨੂੰ ਦੇਖਦਿਆਂ ਨੂੰ। ਅਸੀਂ ਧਰਨੇ ਰੈਲੀਆਂ ਕਰਕੇ ਵੇਖ ਲਏ ਪਰ ਇਹਨਾਂ ਤੇ ਜੂੰ ਨਹੀਂ ਸਰਕੀ। ਹੁਣ ਅਸੀਂ 5 ਜੁਲਾਈ ਤੋਂ ਪ੍ਰੋਗਰਾਮ ਬਣਾਇਆ। ਹਰ MLA ਦੇ ਵਾਰ ਦੇ ਵਿੱਚ ਇੱਕ ਬਲਾਕ ਰੋਜ਼ਾਨਾ ਧਰਨਾ ਲਾ ਰਿਹਾ। ਭੁੱਖ ਹੜਤਾਲ ਤੇ ਬੈਠੇ ਆ ਤੇ ਆਪਣੇ ਖੂਨ ਨਾਲ ਮੰਗ ਪੱਤਰ ਲਿਖ ਕੇ ਇਹਨਾਂ ਸੁੱਤੀ ਹੋਈ ਸਰਕਾਰ ਭ੍ਰਿਸ਼ਟ ਜਿਹੜੇ ਵਿਧਾਇਕ ਨੇ ਉਹਨਾਂ ਦੇ ਰਾਹੀਂ ਅਸੀਂ ਮੁੱਖ ਮੰਤਰੀ ਤੱਕ ਭੇਜ ਰਹੇ ਹਾਂ ਤਾਂ ਕਿ ਉਹ ਸਾਡੀਆਂ ਮੰਗਾਂ ਨੂੰ ਪੂਰੀਆਂ ਕਰੇ। ਮੈਂ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੀ ਹਾਂ ਕਿ 2017 ਤੋਂ ਜਿਸ ਦਿਨ ਗੱਲ ਕਰਦੇ ਹਾਂ ਮੋਗਾ ਦੀ, ਜਿੱਥੇ ਕਿ ਲਿੰਗ ਨਿਰਧਾਰਨ ਟੈਸਟ ਤੇ ਗੈਰ ਕਾਨੂੰਨੀ ਧੰਦੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਇੱਥੇ ਲੈਬ ਦੇ ਵਿੱਚ ਸਕੈਨ ਸੈਂਟਰ ਚਲਾਇਆ ਜਾ ਰਿਹਾ ਸੀ ਜਿੱਥੇ ਦੱਸਿਆ ਜਾਂਦਾ ਹੈ ਕਿ ਲਿੰਗ ਨਿਰਧਾਰਨ ਟੈਸਟ ਕੀਤੇ ਜਾਂਦੇ ਸਨ ਅਤੇ ਇਹ ਸਾਰੀ ਕਾਰਵਾਈ ਕੀਤੀ ਹੈ ਸਿਰਸਾ ਤੋਂ ਆਈ ਇੱਕ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ, ਜਿਸ ਦੇ ਵੱਲੋਂ ਇਸ ਸੈਂਟਰ ਦੇ ਵਿੱਚ ਛਾਪਾ ਮਾਰਿਆ ਗਿਆ ਤੇ ਇਸ ਦੇ ਨਾਲ ਹੀ 2 ਔਰਤਾਂ ਤੇ ਮਾਮਲਾ ਦਰਜ ਕੀਤਾ ਗਿਆ। ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਜਾਂਚ ਦੇ ਵਿੱਚ ਜੋ ਵੀ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਖਿਲਾਫ ਪੂਰੀ ਕਾਰਵਾਈ ਕਰਨ ਦਾ ਇੱਥੇ ਭਰੋਸਾ ਦਿੱਤਾ ਗਿਆ। ਸੋ ਇਹ ਮੋਗਾ ਦੇ ਵਿੱਚ ਇੱਕ ਸਕੈਨ ਸੈਂਟਰ ਚਲਾਇਆ ਜਾ ਰਿਹਾ ਸੀ ਜਿਸ ਦੇ ਵਿੱਚ ਕਿ ਲਿੰਗ ਨਿਰਧਾਰਨ ਟੈਸਟ ਕੀਤੇ ਜਾਂਦੇ ਸਨ ਅਤੇ ਇਸ ਦਾ ਪਰਦਾਫਾਸ਼ ਕੀਤਾ ਗਿਆ ਹੈ ਸਿਰਸਾ ਤੋਂ ਆਈ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ। ਇਸ ਪੂਰੇ ਮਾਮਲੇ ਦੇ ਵਿੱਚ 2 ਮਹਿਲਾਵਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। आज हम एक डिकॉय ऑपरेशन के तहत अपने टाउट के बताए उसको साथ लेके यहाँ मोगा पहुँचे हैं। मोगा में वह आके पहले एक रानी उर्फ रमा कोई मधुबाला जो भी उसके कई नाम हैं, उसके घर पे वो पहले हमारी गर्भवती महिला को लेके गई। ठीक है, उसको वीरपाल कौर जो बाजा खाना की टाउट है उसने रमा को 25,000 रुपया दिया। फिर उसने उसको कहा कि आप VM स्कैन सेंटर या ये जो लैब है यहाँ पे मित्तल, यहाँ पे अल्ट्रासाउंड सेंटर पे यहाँ ले जाओ, वहाँ पे आपका स्कैन हो जाएगा, लिंग जांच कर देंगे। तो इस मामले में अभी तक जो साफ जो चीज़ें सामने आ रही हैं वो 2 दलालों की मिली भगत का किस्सा सामने आ रहा है। बाकी इसके बारे में सिविल सर्जन मोगा जी को रिक्वेस्ट की जाएगी कि इसके बारे में डिटेल इन्वेस्टिगेशन करते हुए आगे और उनके किसी से लिंक हैं, यहाँ पे किसी कर्मचारी से हैं या नहीं हैं, उसके बारे में पुष्टि करते हुए आगामी कार्रवाई। ਤੇ ਉਧਰ ਦੂਜੇ ਪਾਸੇ ਪਤਨੀ ਦੀ ਧੋਖਾਧੜੀ ਤੋਂ ਬਾਅਦ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਲਵਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਪਤਨੀ ਬੇਅੰਤ ਕੌਰ ਦਾ ਵੀ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਤੋਂ ਬਾਅਦ ਹੁਣ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਅੱਜ ਚੇਅਰਪਰਸਨ ਮਨੀਸ਼ਾ ਗੁਲਾਟੀ ਦੇ ਵੱਲੋਂ ਧਨੌਲਾ ਦੇ ਪਿੰਡ ਕੋਠੇ ਗੋਬਿੰਦਪੁਰਾ ਦੇ ਵਿੱਚ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਪਰਿਵਾਰ ਦਾ ਪੱਖ ਸੁਣਿਆ ਜਾਵੇਗਾ। ਦੱਸ ਦਈਏ ਕਿ 2018 ਦੇ ਵਿੱਚ ਲਵਪ੍ਰੀਤ ਸਿੰਘ ਦੀ ਬੇਅੰਤ ਕੌਰ ਦੇ ਨਾਲ ਮੰਗਣੀ ਹੋਈ ਸੀ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਸਹੁਰੇ ਪਰਿਵਾਰ ਦੇ ਵੱਲੋਂ ਬੇਅੰਤ ਕੌਰ ਨੂੰ ਕੈਨੇਡਾ ਭੇਜਣ ਦੇ ਲਈ 25 ਲੱਖ ਰੁਪਏ ਦਾ ਖਰਚਾ ਕੀਤਾ ਗਿਆ ਸੀ ਅਤੇ 2019 ਵਿੱਚ ਵਿਆਹ ਤੋਂ ਬਾਅਦ ਬੇਅੰਤ ਕੌਰ ਦੁਬਾਰਾ ਕੈਨੇਡਾ ਚਲੀ ਗਈ ਸੀ ਅਤੇ ਬਾਅਦ ਦੇ ਵਿੱਚ ਪਰਿਵਾਰ ਦੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਤੇ ਮਾਨਸਿਕ ਪਰੇਸ਼ਾਨੀ ਦੇ ਚਲਦੇ ਹੋਏ ਨੌਜਵਾਨ ਲਵਪ੍ਰੀਤ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਹੁਣ ਪਰਿਵਾਰ ਦੇ ਵੱਲੋਂ ਇਸ ਪੂਰੇ ਮਾਮਲੇ ਵਿੱਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਨੀਟ ਯੂਜੀ 2021 ਦੀ ਪ੍ਰੀਖਿਆ 12 ਸਤੰਬਰ ਨੂੰ ਹੋਵੇਗੀ। ਇਹ ਪ੍ਰੀਖਿਆ ਕੋਵਿਡ ਪ੍ਰੋਟੋਕਾਲ ਦੇ ਤਹਿਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲਈ ਜਾਵੇਗੀ। ਇਸ ਦੇ ਲਈ ਬਿਨੇ ਕਰਨ ਦੀ ਜੋ ਪ੍ਰਕਿਰਿਆ ਹੈ ਉਹ ਕੱਲ ਸ਼ਾਮ 5 ਵਜੇ ਐਨਟੀਏ ਦੀ ਵੈਬਸਾਈਟ ਤੋਂ ਸ਼ੁਰੂ ਹੋਵੇਗੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਟਵਿੱਟਰ ਦੇ ਰਾਹੀਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਮੈਡੀਕਲ ਦਾਖਲਾ ਪ੍ਰੀਖਿਆ ਨੀਟ ਯੂਜੀ ਦੀ ਤਰੀਕ ਨੂੰ ਲੈ ਕੇ ਕਾਫੀ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਵੱਡੀ ਗਿਣਤੀ ਵਿੱਚ ਉਮੀਦਵਾਰ ਨੀਟ ਯੂਜੀ ਪ੍ਰੀਖਿਆ ਦੀਆਂ ਤਰੀਕਾਂ ਦਾ ਇੰਤਜ਼ਾਰ ਕਰ ਰਹੇ ਸਨ। 1 ਅਗਸਤ ਨੂੰ ਪ੍ਰਸਤਾਵਿਤ ਮੈਡੀਕਲ ਦਾਖਲਾ ਪ੍ਰੀਖਿਆ ਨੀਟ ਯੂਜੀ ਸੰਬੰਧੀ ਐਨਟੀਏ ਨੇ 12 ਮਾਰਚ 2021 ਨੂੰ ਇੱਕ ਨੋਟਿਸ ਵੀ ਜਾਰੀ ਕੀਤਾ ਸੀ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਨੀਟ 2021 ਦੀ ਪ੍ਰੀਖਿਆ 1 ਅਗਸਤ ਨੂੰ ਪੈਨ ਅਤੇ ਪੇਪਰ ਮੋਡ ਦੇ ਵਿੱਚ ਹੋਵੇਗੀ। ਪਰ ਕਰੋਨਾ ਦੇ ਕਾਰਨ ਬਾਅਦ ਦੇ ਵਿੱਚ ਇਹ ਸਾਰਾ ਭੰਬਲ ਭੂਸਾ ਪੈ ਗਿਆ, ਜਿਸ ਤੋਂ ਬਾਅਦ ਹੁਣ ਇਹ ਪ੍ਰੀਖਿਆ 12 ਸਤੰਬਰ ਨੂੰ ਕਰਵਾਉਣ ਦਾ ਫੈਸਲਾ ਸਰਕਾਰ ਦੇ ਵੱਲੋਂ ਲਿਆ ਗਿਆ ਹੈ। ਗੱਲ ਕਰਦੇ ਹਾਂ ਮੌਨਸੂਨ ਦੀ। ਸੂਬੇ ਦੇ ਵਿੱਚ ਮੌਨਸੂਨ ਦੀ ਪਹਿਲੀ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਜ਼ਰੂਰ ਇੱਥੇ ਰਾਹਤ ਦਿੱਤੀ ਹੈ। ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਕਈ ਥਾਈਂ ਭਾਰੀ ਮੀਂਹ ਪਿਆ ਹੈ ਅਤੇ ਕਈ ਥਾਈਂ ਪਾਣੀ ਵੀ ਜਮ੍ਹਾਂ ਹੁੰਦਾ ਇੱਥੇ ਨਜ਼ਰ ਆ ਰਿਹਾ, ਜਿਸ ਦੇ ਨਾਲ ਲੋਕਾਂ ਦੀਆਂ ਪਰੇਸ਼ਾਨੀਆਂ ਵੀ ਵਧੀਆਂ ਨੇ। ਜੋ ਰਾਹਗੀਰ ਨੇ ਉਹਨਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਲਈ ਕਾਫੀ ਜਦੋਜਹਿਦ ਇੱਥੇ ਕਰਨੀ ਪਈ ਹੈ। ਸੋ ਬੀਤੇ ਦਿਨ ਪਈ ਬਰਸਾਤ ਨੇ ਜਿੱਥੇ ਲੋਕਾਂ ਨੂੰ ਰਾਹਤ ਦਿੱਤੀ ਹੈ, ਉੱਥੇ ਲੋਕਾਂ ਦੀਆਂ ਮੁਸ਼ਕਲਾਂ ਵੀ ਕਿਤੇ ਨਾ ਕਿਤੇ ਵਧਾਈਆਂ ਨੇ। ਕਾਂਗਰਸ ਪਾਰਟੀ ਦੀਆਂ ਮੁਸ਼ਕਲਾਂ ਘਟਦੀਆਂ ਕਿਤੇ ਵੀ ਨਜ਼ਰ ਨਹੀਂ ਆ ਰਹੀਆਂ ਤੇ ਹੁਣ ਕਾਂਗਰਸੀ ਆਗੂ ਦਲਜੀਤ ਸਿੰਘ ਗਰੇਵਾਲ ਦੇ ਵੱਲੋਂ ਆਪਣੀ ਪਾਰਟੀ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਦਲਜੀਤ ਸਿੰਘ ਗਰੇਵਾਲ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਤੇ ਇਸ ਦੇ ਨਾਲ ਹੀ ਜੋ ਉਹਨਾਂ ਨੂੰ ਅਹੁਦੇ ਮਿਲੇ ਸਨ ਉਸ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ, ਉਹਨਾਂ ਨੇ ਫੇਸਬੁੱਕ ਤੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸੂਬੇ ਦੇ ਵਿੱਚ ਕਾਂਗਰਸ ਦੀਆਂ ਗਲਤ ਨੀਤੀਆਂ ਦੇ ਕਾਰਨ ਉਹਨਾਂ ਨੂੰ ਅਸਤੀਫਾ ਦੇਣਾ ਪੈ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਦਲਜੀਤ ਸਿੰਘ ਗਰੇਵਾਲ ਲੁਧਿਆਣਾ ਦੇ ਵਾਰਡ ਨੰਬਰ 8 ਤੋਂ ਕਾਂਗਰਸੀ ਕੌਂਸਲਰ ਵੀ ਨੇ ਤੇ ਹੁਣ ਉਹਨਾਂ ਦੇ ਵੱਲੋਂ ਆਪਣੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਗਿਆ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਸਰਕਾਰ ਦੀਆਂ ਗਲਤ ਨੀਤੀਆਂ ਨੇ, ਜੋ ਲੋਕ ਮਾਰੂ ਨੀਤੀਆਂ ਨੇ, ਉਸੇ ਚੱਲਦੇ ਹੋਏ ਉਹਨਾਂ ਨੂੰ ਇੱਕ ਕਦਮ ਚੁੱਕਣ ਦੇ ਲਈ ਮਜਬੂਰ ਹੋਣਾ ਪਿਆ। ਇਹ ਸਾਰੀ ਜਾਣਕਾਰੀ ਉਹਨਾਂ ਨੇ ਆਪਣੇ ਫੇਸਬੁੱਕ ਤੇ ਅਕਾਊਂਟ ਤੇ ਪੋਸਟ ਪਾ ਕੇ ਦਿੱਤੀ ਹੈ। ਸੂਬੇ ਦੇ ਵਿੱਚ ਮੌਨਸੂਨ ਦੀ ਪਹਿਲੀ ਬਰਸਾਤ ਨੇ ਇੱਥੋਂ ਦੇ ਨਗਰ ਨਿਗਮਾਂ ਦੇ ਪ੍ਰਬੰਧਾਂ ਦੀ ਪੋਲ ਜ਼ਰੂਰ ਖੋਲ ਦਿੱਤੀ ਹੈ। ਗੱਲ ਪਟਿਆਲਾ ਦੀ ਕਰਦੇ ਆ। ਪਹਿਲੀ ਬਰਸਾਤ ਦੇ ਨਾਲ ਹੀ ਇੱਥੇ ਸੜਕਾਂ ਨੇ ਤਲਾਅ ਦਾ ਰੂਪ ਧਾਰ ਲਿਆ। ਇੱਥੋਂ ਤੱਕ ਕਿ ਇਸ ਪਾਣੀ ਦੇ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਇੱਥੇ ਨਜ਼ਰ ਆਈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਥੇ ਲੋਕ ਮੁਸ਼ਕਿਲ ਦੇ ਨਾਲ ਪਾਣੀ ਦੇ ਵਿੱਚੋਂ ਨਿਕਲਦੇ ਹੋਏ ਨਜ਼ਰ ਆ ਰਹੇ ਨੇ, ਆਪਣੀ ਮੰਜ਼ਿਲ ਤੱਕ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ। ਭਾਰੀ ਬਰਸਾਤ ਨੇ ਨਗਰ ਨਿਗਮ ਦੇ ਪ੍ਰਬੰਧਾਂ ਦੀ ਇੱਥੇ ਜ਼ਰੂਰ ਪੋਲ ਖੋਲੀ ਹੈ, ਕਿਉਂਕਿ ਸਰਕਾਰ ਅਤੇ ਜੋ ਨਗਰ ਨਿਗਮ ਨੇ ਹਰ ਸਾਲ ਦਾਅਵਾ ਕਰਦੇ ਨੇ ਕਿ ਮੌਨਸੂਨ ਆਉਣ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਨਾਲੇ ਸੀਵਰੇਜਾਂ ਦੀਆਂ ਸਫਾਈਆਂ ਜਿਹੜੀਆਂ ਨੇ ਉਹ ਕਰ ਲਈਆਂ ਗਈਆਂ ਨੇ, ਕਿਤੇ ਵੀ ਦਿੱਕਤ ਨਹੀਂ ਆਵੇਗੀ। ਪਰ ਜਿਵੇਂ ਹੀ ਪਹਿਲੀ ਬਰਸਾਤ ਹੋਈ ਤਾਂ ਤਸਵੀਰਾਂ ਕੁਝ ਹੋਰ ਹੀ ਕਹਾਣੀ ਬਿਆਨ ਕਰਦੀਆਂ ਹੋਈਆਂ ਨਜ਼ਰ ਆਈਆਂ ਨੇ। ਪੰਜਾਬ ਤੋਂ ਬਾਅਦ ਗੱਲ ਕਰਦੇ ਹਾਂ ਹਿਮਾਚਲ ਦੀ। ਹਿਮਾਚਲ ਦੇ ਧਰਮਸ਼ਾਲਾ ਸ਼ਹਿਰ ਦੇ ਵਿੱਚ ਕੁਦਰਤੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ। ਧਰਮਸ਼ਾਲਾ ਦੇ ਵਿੱਚ ਬੱਦਲ ਫਟਣ ਦੇ ਨਾਲ ਇੱਥੇ ਭਾਰੀ ਹੜ੍ਹ ਦੀਆਂ ਸਥਿਤੀ ਇੱਥੇ ਬਣ ਚੁੱਕੀ ਹੈ। ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ ਤੇ ਇਸ ਪੂਰੀ ਮੰਜ਼ਰ ਦੇ ਵਿੱਚ ਕਈ ਲੋਕ ਲਾਪਤਾ ਨੇ, ਸੜਕਾਂ ਬੰਦ ਹੋ ਚੁੱਕੀਆਂ ਨੇ, ਨਦੀਆਂ ਨਾਲਿਆਂ ਦੇ ਵਿੱਚ ਪਾਣੀ ਦਾ ਪੱਧਰ ਇੱਥੇ ਵੱਧ ਚੁੱਕਿਆ ਹੈ ਤੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਕਈ ਗੱਡੀਆਂ ਇੱਥੇ ਫਸੀਆਂ ਹੋਈਆਂ ਨਜ਼ਰ ਆਈਆਂ ਨੇ, ਜਿਸ ਦੀਆਂ ਕੁਝ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ ਨੇ। ਤੁਹਾਨੂੰ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਇਹਨਾਂ ਨਦੀਆਂ ਦੇ ਆਸ-ਪਾਸ ਦੇ ਜੋ ਪਿੰਡ ਨੇ ਉੱਥੇ ਲੋਕਾਂ ਨੂੰ ਅਲਰਟ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਜਿਨ੍ਹਾਂ ਖੇਤਰਾਂ ਦੇ ਵਿੱਚ ਹੜ੍ਹ ਆਇਆ ਉੱਥੇ ਬਚਾਅ ਤੇ ਰਾਹਤ ਦੀਆਂ ਟੀਮਾਂ ਜਿਹੜੀਆਂ ਤੈਨਾਤ ਕਰ ਦਿੱਤੀਆਂ ਗਈਆਂ ਨੇ, ਜੋ ਲੋਕਾਂ ਨੂੰ ਇੱਥੇ ਰਾਹਤ ਸਮੱਗਰੀ ਪਹੁੰਚਾਉਣ ਅਤੇ ਅਜਿਹੀ ਸਥਿਤੀ ਤੋਂ ਬਾਹਰ ਕੱਢਣ ਦੇ ਲਈ ਉਹ ਕੰਮ ਕਰ ਰਹੀਆਂ ਨੇ। ਗੱਲ ਕਾਂਗੜਾ ਦੀ ਕਰੀਏ ਤਾਂ ਇੱਥੇ ਵੀ ਨੁਕਸਾਨ ਦਾ ਖਤਰਾ ਜਿਹੜਾ ਉਹ ਵਾਧਾ ਹੋਇਆ ਨਜ਼ਰ ਆ ਰਿਹਾ ਹੈ। ਹਿਮਾਚਲ ਸਰਕਾਰ ਦੇ ਵੱਲੋਂ ਪਹਾੜੀ ਖੇਤਰਾਂ ਦੇ ਵਿੱਚ ਜਾਣ ਵਾਲੇ ਸੈਲਾਨੀਆਂ ਦੇ ਲਈ ਖਾਸ ਹਦਾਇਤਾਂ ਜਾਰੀ ਕੀਤੀਆਂ ਨੇ ਤੇ ਉਹਨਾਂ ਨੂੰ ਅਜਿਹੇ ਥਾਵਾਂ ਤੋਂ ਦੂਰ ਰਹਿਣ ਦੀ ਉਹਨਾਂ ਨੇ ਹਦਾਇਤ ਜ਼ਰੂਰ ਦਿੱਤੀ ਹੈ। ਪੰਜਾਬ ਦੇ ਵਿੱਚ ਬਿਜਲੀ ਸੰਕਟ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਇੱਥੋਂ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਫਿਰ ਬਦਲਿਆ ਗਿਆ ਹੈ। ਪੰਜਾਬ ਸਰਕਾਰ ਨੇ ਦਫ਼ਤਰਾਂ ਦੇ ਸਮੇਂ ਦੇ ਵਿੱਚ ਬਦਲਾਅ ਕੀਤਾ ਹੈ। 14 ਜੁਲਾਈ ਤੋਂ ਸਵੇਰੇ
8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਹੀ ਦਫ਼ਤਰ ਖੁੱਲੇ ਹੋਣਗੇ ਅਤੇ ਇਸ ਸਮੇਂ ਦੇ ਵਿੱਚ ਹੀ ਕੰਮ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਵੀ ਕਿਹਾ ਹੈ ਕਿ ਜਿੰਨੇ ਦੇਰ ਤੱਕ ਦਫ਼ਤਰ ਖੁੱਲੇ ਰਹਿਣਗੇ ਇਸ ਟਾਈਮ ਦੇ ਵਿੱਚ ਕੋਈ ਵੀ ਏਸੀ ਦੀ ਵਰਤੋਂ ਨਹੀਂ ਕਰੇਗਾ। ਏਸੀ ਦੀ ਵਰਤੋਂ ਤੇ ਸਰਕਾਰ ਨੇ ਰੋਕ ਲਗਾ ਦਿੱਤੀ ਹੈ। ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਹੀ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਹੋਵੇਗਾ ਤੇ ਆਮ ਲੋਕ ਆਪਣੇ ਇਸ ਟਾਈਮ ਦੇ ਵਿੱਚ ਆਮ ਲੋਕ ਆਪਣੇ ਕੰਮ ਆ ਕੇ ਕਰਵਾ ਸਕਦੇ ਨੇ ਤੇ ਨਾਲ ਹੀ ਇਹ ਵੀ ਹਦਾਇਤ ਦਿੱਤੀ ਹੈ ਕਿ ਏਸੀ ਦੀ ਵਰਤੋਂ ਜਿਹੜੀ ਹੈ ਉਹ ਨਾ ਕੀਤੀ ਜਾਵੇ। ਮੌਸਮ ਦੇ ਬਦਲਦੇ ਮਿਜਾਜ਼ ਦੇ ਚੱਲਦੇ ਹੋਏ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਉੱਥੇ ਹੀ ਜੈਪੁਰ ਵਿਖੇ ਆਸਮਾਨੀ ਬਿਜਲੀ ਡਿੱਗਣ ਦੇ ਚੱਲਦੇ ਕਈ ਲੋਕਾਂ ਦੀ ਇੱਥੇ ਮੌਤ ਹੋ ਗਈ ਹੈ। ਇਹਨਾਂ ਦੇ ਵਿੱਚ ਅੰਮ੍ਰਿਤਸਰ ਦੇ ਭੈਣ ਭਰਾ ਵੀ ਸ਼ਾਮਿਲ ਨੇ। ਬੀਤੀ ਰਾਤ ਜੈਪੁਰ ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ। ਅਸਮਾਨੀ ਬਿਜਲੀ ਚਮਕੀ ਤਾਂ ਕਾਫੀ ਜਾਨਾਂ ਚਲੀ ਗਈਆਂ ਤੇ ਕਾਫੀ ਲੋਕ ਬੁਰੇ ਤਰੀਕੇ ਦੇ ਨਾਲ ਜ਼ਖਮੀ ਵੀ ਹੋਏ। ਜਿਨ੍ਹਾਂ ਦੀਆਂ ਜਾਨਾਂ ਗਈਆਂ ਨੇ ਉਹਨਾਂ ਜਾਨਾਂ ਦੇ ਵਿੱਚੋਂ 2 ਜਾਨਾਂ ਅੰਮ੍ਰਿਤਸਰ ਦੀਆਂ ਵੀ ਨੇ। ਜਿਹੜੇ ਪਰਿਵਾਰ ਦੇ ਵਿੱਚ ਇਸ ਵਕਤ ਮਾਤਮ ਛਾਇਆ। ਦੋਨੇ ਭੈਣ ਭਰਾ 8 ਜੁਲਾਈ ਨੂੰ ਉਸ ਇਲਾਕੇ ਦੇ ਵਿੱਚ ਗਏ ਸੀ। ਸ਼ਾਇਦ ਉੱਥੇ ਰਿਸ਼ਤੇਦਾਰ ਉਹਨਾਂ ਦੇ ਰਹਿੰਦੇ ਸਨ ਤਾਂ ਉੱਥੇ ਜਿੱਦਾਂ ਹੀ ਪਹੁੰਚਦੇ ਨੇ ਤਾਂ ਬੀਤੀ ਰਾਤ ਇੱਕ ਖਬਰ ਆਉਂਦੀ ਹੈ ਕਿ ਅਸਮਾਨੀ ਬਿਜਲੀ ਦੇ ਨਾਲ ਦੋਨਾਂ ਦੀ ਮੌਤ ਹੋ ਗਈ। ਉਸ ਘਰ ਦੇ ਵਿੱਚ ਅਸੀਂ ਮੌਜੂਦ ਹਾਂ। ਉਹ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿਨ੍ਹਾਂ ਦੀ ਮੌਤ ਹੋਈ ਹੈ। ਕਿ ਸ਼ਿਵਾਨੀ ਨਾਮ ਦੀ ਲੜਕੀ ਹੈ ਤੇ ਦੂਸਰਾ ਉਹਦਾ ਭਰਾ ਜਿਹੜਾ ਕਿ ਅਮਿਤ ਸ਼ਰਮਾ ਹੈ, ਉਹਦੀ ਮੌਤ ਹੋਈ ਹੈ। ਅਮਿਤ ਸ਼ਰਮਾ ਦੀ 29 ਸਾਲ ਉਮਰ ਹੈ ਤੇ ਸ਼ਿਵਾਨੀ ਦੀ 24 ਸਾਲ। ਦੋਨੇ ਭੈਣ ਭਰਾ ਜਿਹੜੇ ਕਿ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ। ਫਿਲਹਾਲ ਤੁਸੀਂ ਦੇਖੋ ਇਹ ਸ਼ਿਵਾਨੀ ਆ ਜਿਹਦੀ ਮੌਤ ਹੋਈ ਹੈ, ਜਿਹਦੀ 24 ਸਾਲ ਉਮਰ ਦੱਸੀ ਜਾ ਰਹੀ ਸੀ, ਜਿਹਦੀ ਉਸ ਹਾਦਸੇ ਵਿੱਚ ਜੈਪੁਰ ਜਿਹੜਾ ਹਾਦਸਾ ਹੋਇਆ, ਜਿਹੜਾ ਅਸਮਾਨੀ ਬਿਜਲੀ ਚਮਕੀ ਹੈ ਜਿਹਦੇ ਨਾਲ ਇਸ ਸ਼ਿਵਾਨੀ ਲੜਕੀ ਦੀ ਮੌਤ ਹੋਈ ਹੈ। ਤੇ ਦੂਸਰਾ ਇਹ ਉਹਦਾ ਬ੍ਰਦਰ ਜਿਹਦੀ ਕਿ ਨਾਮ ਅਮਿਤ ਸ਼ਰਮਾ ਹੈ ਤਾਂ 29 ਸਾਲ ਇਸ ਨੌਜਵਾਨ ਦੀ ਉਮਰ ਸੀ। ਤਾਂ ਹਜੇ ਦੁਨੀਆ ਦੇਖਣੀ ਸ਼ੁਰੂ ਹੀ ਕਰਨੀ ਸੀ ਤਾਂ ਪਹਿਲਾਂ ਹੀ ਮੌਤ ਦੀ ਗਾੜੀ ਨੀਂਦ ਇਹ ਸੋ ਗਏ ਨੇ। ਪ੍ਰਮਾਤਮਾ ਨੇ ਆਪਣੇ ਕੋਲ ਬੁਲਾ ਲਿੱਤਾ। ਪਰ ਹੈਰਾਨੀ ਦੀ ਗੱਲ ਇਹ ਆ ਕਿ ਜਿੱਦਾਂ ਹੀ ਉਸ ਜਗ੍ਹਾ ਦੇ ਉੱਤੇ ਹਾਦਸਾ ਹੁੰਦਾ ਉਸ ਤੋਂ ਬਾਅਦ ਉੱਥੋਂ ਦੀਆਂ ਸਰਕਾਰਾਂ ਬੜਾ ਐਲਾਨ ਕਰਦੀਆਂ, ਪਰ ਸ਼ਰਮ ਦੀ ਗੱਲ ਹੈ ਕਿ ਪੰਜਾਬ ਸਰਕਾਰ ਇੱਥੇ ਪਹੁੰਚੀ ਤੱਕ ਨਹੀਂ। ਹਜੇ ਤੱਕ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਪਹੁੰਚਿਆ ਤੱਕ ਨਹੀਂ। ਪਹੁੰਚਣਾ ਚਾਹੀਦਾ ਸੀ, ਇੱਥੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਚਾਹੀਦਾ ਸੀ, ਪਰ ਇੱਥੇ ਕੋਈ ਵੀ ਨਹੀਂ ਪਹੁੰਚਿਆ। ਬੜੀ ਹੈਰਾਨੀ ਦੀ ਗੱਲ ਹੈ। ਪਰਿਵਾਰ ਦੇ ਨਾਲ ਅਸੀਂ ਕੁਝ ਗੱਲਬਾਤ ਕਰਦੇ ਹਾਂ। ਪਾਪਾ ਜੀ ਤੁਹਾਡਾ ਕੀ ਨਾਮ? ਮੇਰਾ ਨਾਮ ਸੂਰਜਪਾਲ ਜੀ। ਸਰ ਜੀ ਕੀ ਕਹਿਣਾ ਚਾਹੁੰਦੇ ਜੇ? ਇਹ ਘਾਟਾ ਪੂਰਾ ਨਹੀਂ ਕਰ ਸਕਦਾ ਕੋਈ ਵੀ ਜਿਹੜਾ ਪੈ ਗਿਆ? ਕਰ ਸਕਦਾ ਜੀ, ਮਾਪਿਆਂ ਦਾ ਕੋਈ ਘਾਟਾ ਨਹੀਂ ਪੂਰਾ ਕਰ ਸਕਦਾ ਜੀ। ਸਰਕਾਰਾਂ ਦੇ ਵਿੱਚ ਨੁਮਾਇੰਦਿਆਂ ਨੂੰ ਚਾਹੀਦਾ ਸੀ, ਅਫਸਰਾਂ ਨੂੰ ਬਣਦਾ ਯੋਗਦਾਨ ਇਹਨਾਂ ਨੂੰ ਪਾਉਂਦੇ, ਉਸੇ ਵਕਤ ਆਉਂਦੇ, ਇਹਨਾਂ ਦਾ ਦੁੱਖ ਸਾਂਝਾ ਕਰਦੇ, ਇਹਨਾਂ ਦੇ ਉੱਤੇ ਮੋਢੇ ਤੇ ਹੱਥ ਰੱਖਦੇ, ਕੋਈ ਹੌਸਲਾ ਦਿੰਦੇ। ਇੰਨਾ ਹੀ ਬੜਾ ਸੀ, ਭਾਵੇਂ ਨਾ ਕੋ ਦਿੰਦੇ, ਆ ਕੇ ਹਾਜ਼ਰ ਦਿੰਦੇ। ਕੋਈ ਨਹੀਂ ਹਾਜ਼ਰ ਹੋਇਆ ਜੀ। ਕਿਸ ਤਰ੍ਹਾਂ ਲੱਗਾ ਸੀ ਵੀ ਇਹਨਾਂ ਦੀ ਉੱਥੇ ਮੌਤ ਹੋ ਗਈ? ਕਿਸ ਤਰ੍ਹਾਂ ਤੁਹਾਡੇ ਤੱਕ ਕਿਹੜੀ ਖਬਰ ਕਿਸ ਤਰ੍ਹਾਂ ਪਹੁੰਚੀ? ਤੇ ਖਬਰ ਜੀ ਉਸ ਤਰ੍ਹਾਂ ਆਪਣਾ ਲੜਕੇ ਨੇ ਉੱਥੋਂ ਫੋਨ ਆਇਆ ਇਹਨਾਂ ਨੂੰ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਪਤਾ ਲੱਗਾ ਤੇ ਉਹ ਤੋਂ ਮਗਰੋਂ ਪਹਿਲਾਂ ਲੜਕੀ ਦਾ ਪਤਾ ਲੱਗਾ, ਬਾਅਦ ਚ ਲੜਕੇ ਦਾ ਪਤਾ ਲੱਗ ਗਿਆ। 20 ਮਿੰਟ ਬਾਅਦ ਚ ਲੜਕੇ ਦਾ ਪਤਾ ਲੱਗ ਗਿਆ। ਹਾਂਜੀ, ਬਹੁਤ ਗੱਲ ਹੈ ਵੀ ਵੱਡੀ ਗੱਲ ਹੈ ਕਿ ਥੋੜੀ ਦੇਰ ਬਾਅਦ ਪਤਾ ਲੱਗਾ ਤਾਂ ਪਰਿਵਾਰ ਦੇ ਵਿੱਚ ਮਾਤਮ ਛਾਇਆ ਹੋਇਆ। ਤਾਂ ਜਿਸ ਤਰ੍ਹਾਂ ਦੇ ਹਾਲਾਤ ਇੱਥੇ ਬਣ ਗਏ ਨੇ, ਵੱਡੀ ਗੱਲ ਹੈ ਪਿਤਾ ਜੀ ਉਹਦੇ ਬੈਠੇ ਨੇ, ਬ੍ਰਦਰ ਬੈਠੇ ਨੇ, ਤਾਂ ਜਵਾਨ ਧੀ ਤੇ ਪੁੱਤ ਹਮੇਸ਼ਾ ਲਈ ਛੱਡ ਕੇ ਚਲੇ ਗਏ। ਤਾਂ ਭਾਜੀ ਤੁਸੀਂ ਕੀ ਲੱਗਦੇ ਜੀ ਇਹਨਾਂ ਦੇ? ਚਾਚਾ ਜੀ, ਕੀ ਹੋਇਆ ਭਾਜੀ ਥੋੜਾ ਦੱਸੋ, ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ? ਸਾਰੀ ਜਾਣਕਾਰੀ ਕਿਸ ਤਰ੍ਹਾਂ ਤੁਹਾਡੇ ਤੱਕ? ਸਾਨੂੰ ਇਹ ਵੀ ਜਦੋਂ ਇਹ ਬੇਟੇ ਦਾ ਫੋਨ ਆਇਆ, ਹਾਂਜੀ ਬੇਟੇ ਦਾ ਫੋਨ ਆਇਆ ਤੇ ਉਹਨਾਂ ਨੇ ਇੰਨੀ ਗੱਲ ਕਹੀ ਫੋਨ ਤੇ ਜੀ ਜੀ ਵੀ ਪ੍ਰਿਆ ਦਾ ਸਿਸਟਰ ਦਾ ਜਿਹੜਾ ਡੈਥ ਹੋ ਚੁੱਕੀ ਹੈ ਇਹ ਅਸਮਾਨੀ ਬਿਜਲੀ ਗਿਰਨ ਕਰਕੇ। ਓਕੇ, ਉਸ ਤੋਂ ਬਾਅਦ ਯਾਨੀ ਸ਼ਿਵਾਨੀ ਹੈ ਨਾ? ਹਾਂ ਸ਼ਿਵਾਨੀ ਜੀ। ਉਸ ਤੋਂ ਬਾਅਦ ਥੋੜੀ ਦੇਰ ਬਾਅਦ ਇਹਦਾ ਮਤਲਬ ਕਿ ਫੋਨ ਜਿਹੜਾ ਸੀ ਉਹ ਬੈਲ ਜਾ ਰਹੀ ਸੀ ਲੇਕਿਨ ਉਠਾਇਆ ਨਹੀਂ, ਕਿਸੇ ਹੋਰ ਨੇ ਉਠਾਇਆ। ਉਹਨੇ ਬਤਾਇਆ ਵੀ ਮਤਲਬ ਕਿ ਜਿਹੜਾ ਸ਼ਖਸ ਦਾ ਫੋਨ ਵੱਜ ਰਿਹਾ ਵਾ ਉਹਦੀ ਡੈਥ ਹੋ ਚੁੱਕੀ ਹੋਈ ਆ। ਕਿਉਂਕਿ ਦੁਬਾਰਾ ਜਿੰਨੇ ਪਹਿਲੇ ਇੱਕ ਵਾਰੀ ਫੋਨ ਕੀਤਾ ਕਿ ਪ੍ਰਿਆ ਦੀ ਜਾਨੀ ਸ਼ਿਵਾਨੀ ਦੀ ਡੈਥ ਹੋ ਗਈ ਆ, ਉਸ ਤੋਂ ਬਾਅਦ ਥੋੜੀ ਦੇਰ ਬਾਅਦ ਉਹਦਾ ਵੀ ਫੋਨ ਜਿਹੜਾ ਵਾ ਫੋਨ ਹੀ ਵੱਜਦਾ ਰਹਿ ਗਿਆ, ਉਹਦੀ ਚੁੱਕਿਆ ਨਹੀਂ ਕਿਉਂਕਿ ਉਹਨੂੰ ਦੁਬਾਰਾ ਬਿਜਲੀ ਨੇ ਅਟੈਕ ਕੀਤਾ ਉਹਦੇ ਤੇ ਔਰ ਉਹਦੇ ਨਾਲ ਹੋਰ ਵੀ ਮੈਂਬਰ ਜਿਹੜੇ ਸੀ ਉਹ ਮਤਲਬ ਕਿ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ। ਕਾਫੀ ਬੰਦਿਆਂ ਦੇ ਉੱਥੇ ਖਬਰ ਆ ਰਹੀ ਹੈ ਕਿ ਮਾਸੀ ਦੇ ਲੜਕੇ ਸੀ ਉੱਥੇ ਜਿਹੜੇ ਉਸ ਟਾਈਮ ਤੇ ਉਹਨਾਂ ਨੇ ਉੱਥੇ ਸਾਰਾ ਕੁਝ ਕੀਤਾ। ਅਸੀਂ ਕਹਿ ਰਹੇ ਵੀ ਅਸੀਂ ਜਾਈਏ ਤੇ ਉਹਨਾਂ ਨੂੰ ਡੈੱਡ ਬੋਡੀ ਲੈ ਕੇ ਆਈਏ। ਉਹ ਕਹਿੰਦੇ ਤੁਸੀਂ ਐਡੀ ਦੂਰ ਆਓਗੇ ਤੇ ਤੁਸੀਂ ਇੱਥੇ ਰਹੋ, ਅਸੀਂ ਡੈੱਡ ਬੋਡੀ ਲੈ ਕੇ ਅੰਮ੍ਰਿਤਸਰ ਪਹੁੰਚ ਰਹੇ ਹਾਂ।
ਅੱਛਾ ਉਹ ਡੈਡ ਬੋਡੀ ਉਹਨਾਂ ਨੇ ਉੱਥੋਂ ਕਰ ਦਿੱਤੀ ਹੈ, ਰਵਾਨਾ ਕਰ ਦਿੱਤੀ ਕਰਤੀ ਤੇ ਉੱਥੋਂ 11:15 ਵਜੇ ਉੱਥੇ ਚੱਲ ਪਏ ਹੋਏ ਆ। ਪੋਸਟਮਾਰਟਮ ਗਿਆ ਉੱਥੇ ਹੀ ਗਿਆ ਹੋ ਰਿਹਾ। ਪੋਸਟਮਾਰਟਮ ਨਹੀਂ ਹੋਇਆ ਜੀ ਉਹਨਾਂ ਦਾ, ਉਹਨਾਂ ਨੇ ਉਦਾਂ ਦੇ ਦਿੱਤਾ ਵੀ ਕਿਉਂਕਿ ਐਕਸੀਡੈਂਟ ਹੁੰਦਾ ਤੇ ਫਿਰ ਪੋਸਟਮਾਰਟਮ ਦਾ ਹੁੰਦਾ ਹੈ। ਇਹ ਤਾਂ ਕੁਦਰਤ ਵੱਲੋਂ ਹੋ ਗਿਆ ਜੋ ਵੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਬਿਜਲੀ ਸਮਝੌਤਿਆਂ ਨੂੰ ਲੈ ਕੇ ਕਾਂਗਰਸ ਤੇ ਨਿਸ਼ਾਨੇ ਸਾਧੇ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦੇ ਵਿੱਚ ਲੱਗੀ ਹੋਈ ਹੈ। ਬਿਜਲੀ ਕੰਪਨੀਆਂ ਤੋਂ ਕਾਂਗਰਸ ਨੇ ਪਾਰਟੀ ਦੇ ਲਈ ਫੰਡ ਇਕੱਠਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਕੰਪਨੀਆਂ ਦਾ ਵਿਰੋਧ ਵੀ ਕਰ ਰਹੀ ਹੈ ਤੇ ਕੰਪਨੀਆਂ ਤੋਂ ਫੰਡ ਵੀ ਲੈ ਰਹੀ ਹੈ। ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਪੰਜਾਬ ਸਰਕਾਰ ਨੇ ਉਦਯੋਗਾਂ ਤੋਂ ਪਾਵਰ ਪਾਬੰਦੀਆਂ ਹਟਾਉਣ ਦੇ ਦਿੱਤੇ ਆਦੇਸ਼। ਪੂਰੀ ਸਮਰੱਥਾ ਨਾਲ ਇੰਡਸਟਰੀ ਚਲਾਉਣ ਦੀ ਮਿਲੀ ਇਜਾਜ਼ਤ। ਮੌਨਸੂਨ ਦੇ ਵਿੱਚ ਦੇਰੀ ਹੋਣ ਦੇ ਕਾਰਨ ਹੋਇਆ ਸੀ ਬਿਜਲੀ ਸੰਕਟ। ਤਲਵੰਡੀ ਸਾਬੋ ਥਰਮਲ ਪਲਾਂਟ ਵੀ ਹੋਇਆ ਸ਼ੁਰੂ। ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਫਿਰ ਬਦਲਿਆ ਸਮਾਂ। 14 ਜੁਲਾਈ ਤੋਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲਣਗੇ ਸਰਕਾਰੀ ਦਫ਼ਤਰ। ਇਸ ਟਾਈਮਿੰਗ ਦੌਰਾਨ ਨਹੀਂ ਹੋਵੇਗੀ ਏਸੀ ਦੀ ਵਰਤੋਂ। ਪੰਜਾਬ ਸਰਕਾਰ ਨੇ ਜਾਰੀ ਕੀਤੇ ਹੁਕਮ। ਮੰਗਾਂ ਨੂੰ ਲੈ ਕੇ ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਖੋਲ੍ਹਿਆ ਮੋਰਚਾ। ਪਿੰਡ ਬਾਦਲ 'ਚ ਮਨਪ੍ਰੀਤ ਬਾਦਲ ਦੀ ਕੋਠੀ ਅੱਗੇ ਸ਼ੁਰੂ ਕੀਤੀ ਭੁੱਖ ਹੜਤਾਲ। ਖੂਨ ਨਾਲ ਲਿਖੇ ਮੰਗ ਪੱਤਰ। ਲਵਪ੍ਰੀਤ ਸਿੰਘ ਖੁਦਕੁਸ਼ੀ ਮਾਮਲੇ ਨੇ ਫੜੀ ਤੂਲ। ਪਤਨੀ ਬੇਅੰਤ ਕੌਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਿਲਾ ਆਯੋਗ ਨੇ ਵੀ ਲਿਆ ਨੋਟਿਸ। ਚੇਅਰਪਰਸਨ ਮਨੀਸ਼ਾ ਗੁਲਾਟੀ ਪਿੰਡ ਧਨੌਲਾ ਦੇ ਵਿੱਚ ਅੱਜ ਪਰਿਵਾਰ ਦੇ ਨਾਲ ਕਰਨਗੇ ਮੁਲਾਕਾਤ। बारह सितंबर ਨੂੰ ਹੋਵੇਗੀ ਨੀਟ ਯੂਜੀ 2021 ਦੀ ਪ੍ਰੀਖਿਆ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ। ਅੱਜ ਸ਼ਾਮ 5 ਵਜੇ ਤੋਂ NTA ਦੀ ਵੈਬਸਾਈਟ ਤੋਂ ਭਰੇ ਜਾ ਸਕਣਗੇ ਫਾਰਮ। ਅਤੇ ਧਰਮਸ਼ਾਲਾ ਵਿੱਚ ਬੱਦਲ ਫਟਣ ਦੇ ਕਾਰਨ ਮਚੀ ਭਾਰੀ ਤਬਾਹੀ। ਪੂਰੇ ਹਿਮਾਚਲ ਵਿੱਚ ਬਣੇ ਹੜ੍ਹ ਵਰਗੇ ਹਾਲਾਤ। ਕਈ ਲੋਕ ਹਲੇ ਵੀ ਲਾਪਤਾ। ਰਾਹਤ ਅਤੇ ਬਚਾਅ ਟੀਮਾਂ ਕੀਤੀਆਂ ਗਈਆਂ ਤੈਨਾਤ। ਸੈਲਾਨੀਆਂ ਨੂੰ ਧਰਮਸ਼ਾਲਾ ਨਾ ਜਾਣ ਦੀ ਹਿਦਾਇਤ। ਅਤੇ ਜੇਕਰ ਤੁਸੀਂ ਕੋਈ ਜਾਣਕਾਰੀ ਜਾਂ ਸੁਝਾਅ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਹੋ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ news@fastway.in ਤੇ। ਤੁਸੀਂ ਸਾਨੂੰ ਆਨਲਾਈਨ ਦੇਖ ਸਕਦੇ ਹੋ www.fastway.in ਤੇ। ਬੁਲਟਨ ਵਿੱਚ ਫਿਲਹਾਲ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।